स्वागत। मैं सिमी धालीवाल लैके हाजिर हां तुहाडे लई खास रिपोर्ट दे विच चर्चा करदे हां पंजाब दे पक्ष दे मुद्दिआं दी। ते पक्ष दा मुद्दा तुहानूं पता है किसानां दा 3 ऑर्डीनेंस जिहड़े किसान विरोधी ऑर्डीनेंस केंद्र सरकार वल्लों लागू कीते गए ने, जिन्हां नूं किसानां वल्लों ते आम लोकां वल्लों जिहड़े किसान हितैषी ने उन्हां वल्लों काले कानून दा नां दित्ता गया। ते इन्हां काले कानूनां करके मोदी दे काले कानूनां करके हर वर्ग किसान मजदूर आड़तीया वर्ग नौजवान सड़कों ते है। ते हर वर्ग वालों सरकार नूं लानतां पाईयां जा रही ने, चाहे वो मोदी दी सरकार होवे चाहे होवे पंजाब दी। ते इस विषय ते अज चर्चा करने लई मेरे नाल स्टूडियो दे विच मौजूद ने सीनियर पत्रकार अनिल डोगरा जी। अनिल डोगरा जी, बहुत बहुत स्वागत है तुहाडा। सिमी जी, ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਇਸ ਮੰਚ ਤੋਂ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਜੀ। ਜੀ, ਸਭ ਤੋਂ ਪਹਿਲਾਂ ਗੱਲ ਕਰਾਂਗੇ, ਤੁਹਾਨੂੰ ਪਤਾ ਹੀ ਹੈ ਕਿ ਪੱਖ ਦਾ ਮੁੱਦਾ ਪੰਜਾਬ ਦੇ ਵਿੱਚ ਕਿਸਾਨਾਂ ਦੇ 3 ਆਰਡੀਨੈਂਸ, ਇਹਨਾਂ ਆਰਡੀਨੈਂਸ ਨੂੰ ਲੈ ਕੇ ਸਿਆਸਤ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿ ਸਕਦੇ ਹਾਂ ਕਿ किसान नाल लेके नहीं चला जा रहा, किसान अपने पक्ष ते अपने आप लड़ाई लड़ रहे हैं, बिल्कुल आप लड़ाई लड़ रहे हैं, पर सरकारां वालों अलग अलग तरीके नाल उन्हां दे नाल नहीं जुड़िया जा रहा, पर अलग अपने धड़ियां नूं बना के धरने प्रदर्शन किए जा रहे हैं। सब तो पहले अकाली दल की गल करते हैं। 25 तारीख नूं भी उन्होंने अलग धरने प्रदर्शन किए सी, हुण भी वो किसानों तो अलग होके जा रहे हैं, बल्कि वो कह रहे हैं कि वो किसान हितैषी है, किसानां करके उन्होंने कुर्बानी दी है, पर किते ना किते जिहड़ी कुर्बानी है वो वोट बैंक लई है, ना कि किसानां दे लई। इस बारे तुहाडा की? हाँ सिमी जी, तुहाडी गल बिल्कुल ठीक है जी। किसान नूं ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਲਾ ਲਓ, ਅਕਾਲੀ ਦਲ ਲਾ ਲਓ, ਬੀਜੇਪੀ ਲਾ ਲਓ, ਆਮ ਆਦਮੀ ਪਾਰਟੀ ਲਾ ਲਓ, ਜਾਂ ਹੋਰ ਵੀ ਜਿਹੜੇ ਖੱਬੇ ਪੱਖੀ ਪਾਰਟੀਆਂ ਨੇ ਉਹਨਾਂ ਲਾ ਲਓ, ਉਹ ਕਿਸਾਨ ਨੂੰ ਇੱਕ ਦੇਸ਼ ਦਾ ਅੰਨਦਾਤਾ ਘੱਟ, ਬਿਲਕੁਲ ਉਹਦੇ ਆਪਣਾ ਵੋਟ ਬੈਂਕ ਜ਼ਿਆਦਾ ਸਮਝਦੀਆਂ ਨੇ ਜੀ। ਉਹਦੇ ਜਿਹੜੀ ਜੋ ਕੁਝ ਵੀ ਹੋ ਰਿਹਾ ਇਹ ਸਾਰਾ ਵੋਟ ਦੀ ਰਾਜਨੀਤੀ ਲਈ ਹੋ ਰਿਹਾ, ਵੋਟਾਂ ਲੈਣ ਲਈ ਹੋ ਰਿਹਾ। ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਪੰਜਾਬ ਦੇ ਵਿੱਚ, ਤੁਸੀਂ ਹਿਸਾਬ ਲਾ ਲਓ ਵੀ 2022 'ਚ ਚੋਣਾਂ ਨੇ, ਔਰ ਕਈ ਸੂਬੇ ਜਿਹੜੇ ਹੋਰ ਨੇ ਉਹਨਾਂ 'ਚ, ਜਿਹਦੇ ਵਿੱਚ ਹੁਣ ਲਾ ਲਓ ਵੈਸਟ ਬੰਗਾਲ ਹੈ, ਇੱਕ ਦੋ ਦਿਨ ਹੋਰ ਸੂਬੇ ਨੇ ਜਿੱਥੇ ਵਿਧਾਨ ਸਭਾ ਦੇ ਚੁਣਾਵ ਹੋਣ ਜਾ ਰਹੇ ਨੇ। ਅੱਛਾ, ਉਹਨਾਂ ਦੇ ਵਿੱਚ ਬੀਜੇਪੀ ਆਪਣੀ ਪੈਠ ਬਣਾਉਣ ਲਈ ਇਹਨਾਂ ਕਾਨੂੰਨਾਂ ਨੂੰ ਲਿਆਈ ਹੈ, ਔਰ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨ ਮਾਰੂ ਨੇ, ਕਿਸਾਨ ਹਿਤੈਸ਼ੀ ਨਹੀਂ। ਕਿਉਂਕਿ ਇਹਨਾਂ ਨੂੰ ਜਿਹੜਾ ਕਾਲੇ ਕਾਨੂੰਨ ਦਾ ਨਾਂ ਐਸੇ ਕਰਕੇ ਦਿੱਤਾ ਗਿਆ ਵੀ ਉਹਦੇ ਵਿੱਚ ਕਿਸਾਨਾਂ ਦੀ ਗੱਲ ਘੱਟ ਕੀਤੀ ਗਈ ਹੈ। ਉਹਦੇ ਜਿਹੜੇ ਜ਼ਖੀਰੇਦਾਰ ਨੇ ਜਾਂ ਜਿਹੜੇ ਵੱਡੇ MNC ਪਾਰਟੀਆਂ ਨੇ, MNC ਆਰਗੇਨਾਈਜੇਸ਼ਨਸ ਨੇ, ਉਹਨਾਂ ਦਾ ਪੱਖ ਜ਼ਿਆਦਾ ਪੂਰਿਆ ਗਿਆ। ਕੋਆਪਰੇਟਿਵ ਨਹੀਂ ਜੀ, ਵੱਡੇ ਇੰਡਸਟਰੀਅਲ ਘਰਾਣੇ ਜਿਹੜੇ ਨੇ, ਉਹਨਾਂ ਦਾ ਪੱਖ ਜ਼ਿਆਦਾ ਪੂਰਿਆ ਗਿਆ ਵੀ ਕਿੰਨਾ ਦੇਖੋ, ਕਿਸਾਨਾਂ ਲਈ ਕਿਸਾਨ ਅੱਗੇ ਵੀ ਫਸਲ ਵੇਚਦੇ ਸੀਗੇ, ਮੰਡੀਆਂ 'ਚ ਫਸਲ ਆਉਂਦੀ ਸੀਗੀ, ਆੜ੍ਹਤੀ ਫਸਲ ਖਰੀਦਦੇ ਸੀਗੇ, ਸਰਕਾਰੀ ਏਜੰਸੀਆਂ ਜਿਹਦੇ ਵਿੱਚ ਫੂਡ ਸਪਲਾਈ ਲਾ ਲਓ, ਪੰਜਾਬ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਲਾ ਲਓ, ਭਾਰਤੀ ਖਾਦ ਨਿਗਮ, ਅੱਛਾ ਇੱਦਾਂ ਹੀ ਹੋਰ ਜਿਹੜੀਆਂ ਪਨਗ੍ਰੇਨ ਹੈ, ਇਹ ਸਾਰੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਸਰਕਾਰੀ, ਇਹ ਮੰਡੀਆਂ 'ਚ ਜਾ ਕੇ ਖਰੀਦ ਕਰਦੀਆਂ ਸੀਗੀਆਂ, ਚਾਹੇ ਕਣਕ ਹੈ, ਝੋਨਾ ਹੈ, ਦਾਲਾਂ ਨੇ, ਤਿਲਾਂ ਨੇ, ਜੋ ਚੀਜ਼ ਵੀ ਸੀ ਉੱਥੋਂ ਖਰੀਦ ਕਰਦੀਆਂ ਸੀ, ਔਰ ਇਹ ਸਰਕਾਰ ਦੇ ਕੇਂਦਰ ਦੇ ਪੂਲ 'ਚ ਜਾਂਦਾ ਸੀਗਾ ਸਮਾਨ। ਔਰ ਪੰਜਾਬ ਤੋਂ ਅੰਨ ਜਿਹੜਾ ਹੈ ਉਹ ਦੂਜੇ ਦੇਸ਼ਾਂ ਨੂੰ ਵੀ ਜਾਂਦਾ ਹੈ, ਦੂਜੇ ਦੇਸ਼ਾਂ ਨੂੰ, ਦੂਜੇ ਰਾਜਾਂ ਨੂੰ ਜਾਂਦਾ ਸੀਗਾ, ਜਿਹਦੇ ਨਾਲ ਜਿਹੜਾ ਕਿਸਾਨ ਹੈ ਉਹਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਸੀਗਾ। ਲੇਕਿਨ ਉਸ ਅੰਨਦਾਤਾ ਦੀ ਦੁਰਦਸ਼ਾ ਹੁਣ ਇਹ ਹੋ ਗਈ ਹੈ ਵੀ ਕਿਹਨਾਂ ਸੈਂਟਰ ਨੇ ਐਸੇ ਕਾਨੂੰਨ ਲੈਂਦੇ ਨੇ ਜਿਹੜੇ ਇਹਨਾਂ ਦੀ ਜਿਹੜੀ ਹੋਂਦ ਹੈ ਉਹ ਇੱਕ ਕਿਸਮ ਦੀ ਖਤਮ ਹੋਣ 'ਤੇ ਆ ਗਈ ਹੈ। ਜਿੱਦਾਂ ਕਿਸਾਨ ਆਪਣੀ ਹੁਣ ਫਸਲ ਉਹ ਮੰਡੀ 'ਚ ਨਹੀਂ ਜਾਏਗਾ, ਉਹ ਜੇ ਉਹਨਾਂ ਨੂੰ ਕਹਿੰਦਾ ਜਿੱਥੇ ਮਰਜ਼ੀ ਵੇਚ ਲੈ, ਹੁਣ ਜਿੱਥੇ ਕਿੱਥੇ ਵਿੱਚ ਉਹ ਵਿਚਾਰਾ ਮੰਡੀ 'ਚ ਆਪਣੀ ਫਸਲ ਜਾਣ ਲਈ ਉਹਨੂੰ ਇੰਨੇ ਤਜੱਜਦ ਕਰਨੇ ਪੈਂਦੇ ਨੇ, ਕਈ ਉਹਨਾਂ ਨੂੰ ਯਤਨ ਕਰਨੇ ਪੈਂਦੇ ਨੇ। ਕਿਸੇ ਕੋਲ ਟਰਾਲੀ ਹੈ ਨਹੀਂ, ਕਿਸੇ ਕੋਲ ਉਹਦੇ ਟਰੈਕਟਰ ਹੈ ਨਹੀਂ, ਜਾਂ ਕਿਸੇ ਕੋਲ ਆਪਣਾ ਕੋਈ ਟੈਂਪੂ ਹੈ ਨਹੀਂ ਵੀ ਜਿਹੜੇ ਫਸਲ ਨੂੰ ਲੱਦ ਕੇ ਉੱਥੇ ਲੈ ਕੇ ਜਾਵੇ। ਉਹਦੇ ਹੁਣ ਤੇ ਸਿਮੀ ਜੀ ਸਭ ਤੋਂ ਵੱਡਾ ਜਿਹੜੀ ਪ੍ਰੋਬਲਮ ਹੈ ਉਹ ਹੈਗਾ ਕੋਵਿਡ-19 ਮਹਾਮਾਰੀ ਦੀ। ਵੀ ਕਿਸਾਨ ਜਿਹੜਾ ਹੈ ਆਪਣੀ ਫਸਲ ਲੈ ਕੇ ਕਿੱਥੇ ਜਾਵੇ ਮਹਾਮਾਰੀ ਦੇ ਵਿੱਚ, ਕਿੰਨੇ ਕੁ ਨੂੰ ਉੱਥੇ ਮੰਡੀ ਦੇ ਵਿੱਚ ਜਿਹੜੇ ਠੇਕੇਦਾਰ ਨੇ ਜਾਂ ਜਿਹੜੇ ਉਹਦੇ ਮੁਲਾਜ਼ਮ ਨੇ ਜਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਪਾਂਡੀ ਕਿਹਾ ਜਾਂਦਾ, ਉਹ ਕਿੰਨਾ ਕੁ ਉਹਨਾਂ ਦਾ ਬੰਦੋਬਸਤ ਕਰ ਲੈਣਗੇ।
ਲੇਕਿਨ ਇਹ ਫਿਰ ਵੀ ਇਹ ਕੀਤਾ, ਸਰਕਾਰਾਂ ਨੇ ਕੀਤਾ, ਪੰਜਾਬ ਸਰਕਾਰ ਨੇ ਕੀਤਾ, ਦੂਜੀਆਂ ਸਰਕਾਰਾਂ ਨੇ ਵੀ ਕੀਤਾ, ਦੂਜੇ ਜਿਹੜੇ ਰਾਜ ਨੇ ਕੇਂਦਰ ਨੇ ਵੀ ਕਿਹਾ ਜੀ ਜਿਹੜੀ ਇਹ ਫਸਲ ਹੈ ਉਹਨਾਂ ਦੇ ਕਿਸਾਨਾਂ ਦੇ ਘਰਾਂ ਤੋਂ ਚੱਕ ਲਓ ਤਾਂ ਕਿ ਉਹਨਾਂ ਨੂੰ ਜ਼ਿਆਦਾ ਖਰਾਬੀ ਨਾ ਹੋਣੀ ਪਵੇ ਕਰੋਨਾ ਕਰਕੇ। ਲੇਕਿਨ ਹਾਂ ਉਹੀ ਮੈਂ ਸਮਝੀ ਉੱਥੇ ਹੀ ਆ ਰਹੇ ਹਾਂ। ਔਰ ਇਸ ਮਸਲੇ ਜਿਹੜੇ 3 ਕਾਨੂੰਨ ਇਹਨਾਂ ਬਣਾਏ ਵੀ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦਾ ਔਰ ਉਹਨੂੰ ਜੀ ਪੂਰਾ ਭਾਅ ਮਿਲੇਗਾ। ਪਹਿਲਾਂ ਦੇ ਇਹਨਾਂ ਕਿਹਾ ਜੀ MSP ਜਿਹੜੀ ਹੈ ਇਹਦੀ ਤਾਂ ਲੋੜ ਨਹੀਂ ਹੈਗੀ, ਫਿਰ ਕਹਿੰਦਾ ਜੀ ਜਿਸੇ ਦੇਖੇ ਵੀ ਕਿਸਾਨਾਂ ਦਾ ਰੂਹ ਵਧ ਗਿਆ, ਇਹਨਾਂ ਨੇ ਉਹ ਕਰਤਾ। ਔਰ ਇਸ ਸਾਰੇ ਮੁੱਦੇ ਦੇ ਉੱਤੇ ਪੰਜਾਬ ਦੀਆਂ ਜਿਹੜੀਆਂ, ਪੰਜਾਬ ਦੀ ਨਹੀਂ ਸਾਰੇ ਜਿਹੜੇ ਦੇਸ਼ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ BJP ਨੂੰ ਛੱਡ ਕੇ ਉਹ ਕਿਸਾਨਾਂ ਦੇ ਨਾਲ ਆ ਖੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਉਸ ਪਾਰਟੀ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ, ਜਿਹੜਾ ਸਭ ਤੋਂ ਵੱਡਾ ਆਪਣੇ ਕਿਸਾਨਾਂ ਦਾ ਸਭ ਤੋਂ ਵੱਡਾ ਹੀ ਪੈਰੋਕਾਰ ਪਾਰਟੀ ਆਪਣੇ ਆਪ ਨੂੰ ਖਵਾਉਂਦੀ ਹੈ। ਔਰ ਇਹ ਕਿਸਾਨਾਂ ਦੀਆਂ ਹੀ ਜਿਹੜੀਆਂ ਵੋਟਾਂ ਨੇ ਉਹਨਾਂ ਦੇ ਉੱਤੇ ਹੀ ਉਹਦੀ ਅੱਖ ਦਿੰਦੀ ਹੈ ਹਰ ਗੱਲ ਕਿ ਇਹਨਾਂ ਦੀਆਂ ਵੋਟਾਂ ਨਾ ਸਾਡੇ ਹੱਥੋਂ ਖੁੱਲ ਜਾਣ। ਲੇਕਿਨ ਦੇਖੋ ਉਹਨਾਂ ਦੇ ਵੀ ਇਸ ਵਾਰੀ ਅਕਾਲੀ ਦਲ ਨੇ ਵੀ ਕਿਸਾਨਾਂ ਨਾਲ ਬਿਲਕੁਲ ਪੂਰੀ ਤਰ੍ਹਾਂ ਨਾਲ ਧੋਖਾ ਕੀਤਾ। ਪਹਿਲਾਂ ਤੇ ਇਹਨਾਂ ਨੇ ਆਰਡੀਨੈਂਸ ਲਿਆਂਦੇ, ਆਰਡੀਨੈਂਸ ਪਾਸ ਕਰਤੇ, ਉਦੋਂ ਨਾ ਤੇ ਹਰਸਿਮਰਤ ਕੌਰ ਬਾਦਲ ਬੋਲੀ, ਨਾ ਸੁਖਬੀਰ ਬਾਦਲ ਬੋਲਿਆ, ਨਾ ਵੱਡੇ ਬਾਦਲ ਸਾਹਿਬ ਬੋਲੇ। ਉਦੋਂ ਤੇ ਇਹਨਾਂ ਨੇ ਕਿਹਾ ਜੀ ਪਹਿਲੇ ਤੇ ਜੀ ਪੂਰੀ ਤਰ੍ਹਾਂ ਕਹਿੰਦੇ ਕਿਸਾਨ ਹਿਤੈਸ਼ੀ ਨੇ ਜੀ। ਔਰ ਇਹ ਸਾਰਾ ਜਿਹੜਾ ਇਹਨਾਂ ਦੀ BJP ਦੀ ਸਪੋਰਟ ਕਰਦੇ ਨੇ ਜਾਂ NDA ਗਵਰਨਮੈਂਟ ਦੀ ਸਪੋਰਟ ਕਰਦੇ ਨੇ ਜਾਂ ਮੋਦੀ ਸਰਕਾਰ ਦੀ ਸਪੋਰਟ ਕਰਦੇ ਨੇ, ਉਹ ਸਿਰਫ ਇੱਕ ਕੁਰਸੀ ਬਚਾਉਣ ਲਈ ਕਰਦੇ ਨੇ। ਫਿਰ ਹਰਸਿਮਰਤ ਕੌਰ ਬਾਦਲ ਕਿਉਂਕਿ ਉੱਥੇ ਪ੍ਰੋਸੈਸਿੰਗ ਮਿਨਿਸਟਰ ਸੀਗੀ, ਫੂਡ ਪ੍ਰੋਸੈਸਿੰਗ, ਉਹਦੀ ਕੁਰਸੀ ਨੂੰ ਬਚਾਉਣ ਲਈ ਇਹ ਸਾਰੇ ਡਰਾਮੇ ਕਰਦੇ ਨੇ। ਕਿਉਂਕਿ ਬਾਦਲ ਸਾਹਿਬ ਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇਹ ਜਿਹੜੇ ਕਾਨੂੰਨ ਨੇ, ਜਿਹੜੇ ਆਰਡੀਨੈਂਸ ਲਿਆਂਦੇ ਜਾਂਦੇ ਨੇ, ਇਹ ਕਿਸਾਨਾਂ ਦੇ ਵਿਰੁੱਧ ਨੇ। ਕਿਉਂਕਿ ਜੇ ਸਾਰੀ ਉਮਰ ਤੁਸੀਂ ਕਿਸਾਨਾਂ ਲਈ ਲੜਾਈ ਆਪਣੇ ਆਪ ਨੂੰ ਕਹਿੰਦੇ ਇਹ ਉਹਨਾਂ ਲਈ ਲੜਾਈ ਲੜੀ ਹੈ ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਕਿੱਦਾਂ ਨਹੀਂ ਪਤਾ ਲੱਗਾ। ਇਹ ਗੱਲ ਬਾਦਲ ਸਾਹਿਬ ਹੀ ਨਹੀਂ ਕਹਿੰਦੇ ਕਿ ਉਹਨਾਂ ਨੇ ਕਿਸਾਨਾਂ ਲਈ ਹੱਕ ਲੜਿਆ ਜਾਂ ਫਿਰ ਕਿਸਾਨਾਂ ਦੀ ਲੜਾਈ ਲੜੀ ਆ। ਇਹ ਵਿਰੋਧੀ ਪਾਰਟੀਆਂ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਕਿਸਾਨ ਹਿਤੈਸ਼ੀ ਪਾਰਟੀ ਸੀ, ਪਰ ਹੁਣ ਪਤਾ ਨਹੀਂ ਕਿਉਂ ਇਹ ਕਿਸਾਨ ਕਿਸਾਨ ਮਾਧੂ ਪਾਰਟੀ ਸਮਝੀ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਇਹਦੇ 'ਚ ਦੋ ਰਾਏ ਬਿਲਕੁਲ ਨਹੀਂ ਹੈਗੀਆਂ। ਇਹ ਆਪਣੀ ਜਿਹੜੀ NDA ਨਾਲ ਸਾਂਝ ਪਕਾਉਣ ਲਈ ਉਹਦੇ NDA ਸਰਕਾਰ ਦੇ ਵਿੱਚ ਆਪਣੀ ਕੁਰਸੀ ਬਚਾਉਣ ਲਈ ਮੰਤਰੀ ਦੀ ਇਹਨਾਂ ਨੇ ਇਹ ਸਾਰਾ ਜਿਹੜਾ ਇੱਕ ਪ੍ਰਪੰਚ ਰਚਿਆ। ਔਰ ਪਹਿਲਾਂ ਬਚਾਉਣ ਦੇ ਲਈ ਪ੍ਰਪੰਚ ਰਚਿਆ, ਫਿਰ ਉਸ ਤੋਂ ਬਾਅਦ ਅਸਤੀਫਾ ਹੁਣ ਬਿਲਕੁਲ ਉਹ ਫਿਰ ਦੇਖਿਆ ਜਿਸਲੇ ਦੇਖਿਆ ਵੀ ਸਾਰੇ ਜਿਹੜੇ ਕਿਸਾਨ ਸਾਡੇ ਵਿਰੁੱਧ ਹੋ ਗਏ ਨੇ, ਉਹਦੇ ਐਜੀਟੇਸ਼ਨ ਇਹਨਾਂ ਦੀ ਸਾਡੇ ਬਿਲਕੁਲ ਟੋਟਲ ਖਿਲਾਫ ਜਾ ਰਹੀ ਹੈ। ਤਾਂ ਇਹਨਾਂ ਨੇ ਇੱਕ ਮੌਕਾ ਲੱਭਿਆ ਉਹਦੇ 'ਚ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਜਦੋਂ ਇਹਦੇ 'ਤੇ ਬਹਿਸ ਚੱਲ ਰਹੀ ਸੀ ਰਾਜ ਸਭਾ ਦੇ ਵਿੱਚ, ਉਦੋਂ ਇਹ ਤੇ ਉੱਠ ਕੇ ਬਾਹਰ ਨੂੰ ਆ ਗਏ ਜੀ ਅਸੀਂ ਤੇ ਇਹਦਾ ਵਿਰੋਧ ਕਰਦੇ ਹਾਂ। ਇਹਦਾ ਮਤਲਬ ਜਿਸਲੇ ਇਹਨੂੰ ਦੇਖਿਆ ਵੀ ਸਾਡੀ ਪਾਰਟੀ ਟੁੱਟਣ 'ਤੇ ਆ ਗਈ ਹੈ, ਖਿਲਰਨ 'ਤੇ ਆ ਗਈ ਹੈ ਪੂਰੀ ਤਰ੍ਹਾਂ ਨਾਲ, ਤਾਂ ਇਹਨਾਂ ਨੇ ਆਪਣੀ ਸਾਖ, ਆਪਣੀ ਪਾਰਟੀ ਦੀ ਸਾਖ ਬਚਾਉਣ ਲਈ, ਆਪਣੀ ਨੇਤਾਗਿਰੀ ਦੀ ਸਾਖ ਬਚਾਉਣ ਲਈ ਇਹ ਇੱਕ ਬਹੁਤ ਵੱਡਾ ਡਰਾਮਾ ਕਰਤਾ, ਉੱਥੋਂ ਅਸਤੀਫਾ ਦੇ ਦਿੱਤਾ। ਜੇ ਅਸਤੀਫਾ ਮੈਡਮ ਇੱਕ ਗੱਲ ਮੰਨਦੇ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਆ ਕੇ ਕਿਸਾਨ ਹਿਤੈਸ਼ੀ ਹੋ ਕੇ ਉਹਨਾਂ ਨੇ ਅਸਤੀਫਾ ਦੇ ਵੀ ਦਿੱਤਾ, ਪਰ ਕਿਉਂ ਉਹ ਅਲੱਗ ਧੜਾ ਬਣਾ ਕੇ ਕਿਸਾਨਾਂ ਤੋਂ ਪ੍ਰਚਾਰ ਕਰ ਰਹੇ ਨੇ? ਸਿਮੀ ਉਹੀ ਪਹਿਲਾਂ ਮੈਂ ਉਹੀ ਗੱਲ ਦੱਸਾਂ ਨਾ। ਦੇਖੋ ਪਹਿਲਾਂ ਤੇ ਇਹਨਾਂ ਨੇ ਉੱਥੋਂ ਅਸਤੀਫਾ ਦੇ ਦਿੱਤਾ, ਉਹਦੇ ਬਾਅਦ ਜਿਸਲੇ ਇਹ ਗੱਲ ਹੋਰ ਵਧੀ ਵੀ ਇਹ ਜਿਹੜਾ ਤੁਸੀਂ ਅਸਤੀਫਾ ਦਿੱਤਾ ਇਹ ਤੇ ਇੱਕ ਨੋਟੰਕੀ ਤੋਂ ਜ਼ਿਆਦਾ ਹੈ ਨਹੀਂ, ਜਾਂ ਤੁਸੀਂ NDA ਤੋਂ ਬਾਹਰ ਆ ਜਾਓ, ਪਤਾ ਲੱਗੇ ਲੋਕਾਂ ਨੂੰ ਵੀ ਤੁਸੀਂ NDA ਦੇ ਨਾਲ ਹੈ ਨਹੀਂ, ਮੋਦੀ ਦੇ ਨਾਲ ਹੈ ਨਹੀਂ। ਉਹਦੇ ਆਪਣੇ ਆਪ ਨੂੰ ਸਾਫ਼ ਤੇ ਕਰੋ, ਲੋਕਾਂ ਦੇ ਵਿੱਚ ਲਿਆ ਕੇ ਕਿਸਾਨਾਂ ਦੇ ਸਾਫ਼ ਤਾਂ ਕਰੋ। ਜ਼ਿਲ੍ਹਿਆਂ ਦਾ ਦੇਖੇ ਵੀ ਸਾਰੇ ਪਾਸਿਓਂ ਬਹੁਤ ਜ਼ਿਆਦਾ ਦਬਾਅ ਪੈਣਾ ਸ਼ੁਰੂ ਹੋ ਗਿਆ। ਔਰ ਸਿਮੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿੰਨਾ ਸੁਖਬੀਰ ਬਾਦਲ ਇਹ NDA ਤੋਂ ਬਾਅਦ ਆਉਣ ਦਾ ਫੈਸਲਾ ਨਾ ਵੀ ਲੈਂਦਾ, ਅਗਰ ਚੰਡੀਗੜ੍ਹ ਦੇ ਵਿੱਚ ਜਿਹੜੀ 4-5 ਦਿਨ ਕਿੰਨਾ ਪਹਿਲਾਂ ਮੀਟਿੰਗ ਹੋਈ ਹੈ ਕੋਰ ਕਮੇਟੀ ਦੀ ਅਕਾਲੀ ਦਲ ਦੀ, ਉਹਦੇ ਵਿੱਚ ਸਾਰੀ ਕੋਰ ਕਮੇਟੀ ਇੱਕ ਪਾਸੇ ਸੀਗੀ, ਉਹਦੇ ਸੁਖਬੀਰ ਬਾਦਲ ਇੱਕ ਪਾਸੇ ਸੀਗਾ। ਉਹਨਾਂ ਕਿਹਾ ਵੀ NDA ਤੋਂ ਬਾਅਦ ਆਉਣਾ ਪੈਣਾ, ਨਹੀਂ ਤਾਂ ਸਾਡੀ ਬਿਲਕੁਲ ਲੋਕਾਂ ਨੇ ਸਾਨੂੰ, ਕਿਸਾਨਾਂ ਨੇ ਕੀ ਲੋਕਾਂ ਨੇ ਵੀ ਸਾਨੂੰ ਨਹੀਂ ਚੱਲਣਾ ਪਿੰਡਾਂ ਦੇ ਵਿੱਚ। ਇਹਨਾਂ ਨੇ ਉਹ ਤੋਂ ਡਰਦੇ ਆ ਇਹ ਫੈਸਲਾ ਕੀਤਾ ਵੀ NDA ਤੋਂ ਬਾਅਦ ਆ ਜਾਓ। ਉਹਦੇ ਬਾਅਦ NDA ਤੋਂ ਸਿਮੀ ਜੀ ਬਾਹਰ ਆਏ ਨੇ। ਉਹਦੇ ਵਿੱਚ ਵੀ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਰਾਜਨੀਤੀ ਖੇਡਣ ਦੀ, ਜਿਹੜੀ ਉਹ ਕਾਮਯਾਬ ਨਹੀਂ ਹੋ ਸਕੀ। ਉਹਦੇ ਬਾਅਦ ਬਾਦਲ ਨੇ ਵੀ ਸੁਖਬੀਰ ਬਾਦਲ ਨੇ ਵੀ ਆ ਕੇ ਬਾਅਦ ਕਹਿਣਾ ਸ਼ੁਰੂ ਕਰ, ਦੇਖੋ ਜੀ ਅਸੀਂ ਕਿਸਾਨਾਂ ਲਈ ਇਹ ਕੀਤਾ। ਹਰਸਿਮਰਤ ਬਾਦਲ ਨੇ ਵੀ ਕਹਿੰਦੇ ਕੁਰਬਾਨੀ ਦੇ ਦਿੱਤੀ। ਉਹ ਦੱਸੋ ਵੀ ਕਿਸ ਗੱਲ ਦੀ ਕੁਰਬਾਨੀ ਦਿੱਤੀ? ਜਦੋਂ ਲੋੜ ਸੀ ਉਦੋਂ ਦਿੱਤੀ ਨਾ। ਤੁਸੀਂ ਆਰਡੀਨੈਂਸ ਜਦੋਂ ਉਹਨੇ ਲਿਆਂਦੇ ਉਦੋਂ ਤੁਸੀਂ ਬੋਲਦੇ, ਉਦੋਂ ਤੁਸੀਂ ਅਸਤੀਫਾ ਦਿੰਦੇ, ਤਾਂ ਪਤਾ ਵੀ ਲੱਗਦਾ ਵੀ ਤੁਸੀਂ ਕਿਤੇ ਹੈਗੇ ਆ। ਹੁਣ ਇੱਕ ਪਾਸੇ ਕਾਂਗਰਸ ਆ ਗਈ, ਕਾਂਗਰਸ ਦੀ ਜਿਹੜੀ ਪ੍ਰਧਾਨ ਹੈ ਸੋਨੀਆ ਗਾਂਧੀ, ਉਹਨੇ ਕਹਿਤਾ ਵੀ ਜਿਹੜੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਨੇ 254 ਇਹਦੇ ਵਿੱਚ, ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ
ਵੀ ਜਿਹੜੇ ਸਟੇਟ ਸਬਜੈਕਟ ਨੇ ਉਹਨਾਂ ਦੇ ਵਿੱਚ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੀ। ਹੁਣ ਜਿਹੜਾ ਇਹ ਖੇਤੀ ਦਾ ਜਿਹੜਾ ਮਾਮਲਾ ਹੈ, ਆੜ੍ਹਤੀਆਂ ਦਾ ਮਾਮਲਾ ਹੈ, ਕਿਸਾਨਾਂ ਦਾ ਮਾਮਲਾ ਹੈ, ਕਿਸਾਨ ਮਜ਼ਦੂਰਾਂ ਦਾ ਮਾਮਲਾ ਹੈ, ਖੇਤੀ ਹੱਥ ਮਜ਼ਦੂਰਾਂ ਦਾ ਮਾਮਲਾ ਹੈ, ਜਿਹੜੇ ਉੱਥੇ ਲੇਬਰ ਕੰਮ ਕਰਦੀ ਹੈ ਉਹਨਾਂ ਦਾ ਜਿਹੜਾ ਮਾਮਲਾ ਹੈ, ਇਹ ਸਾਰਾ ਹੀ ਸਟੇਟ ਸਬਜੈਕਟ ਦੇ ਵਿੱਚ। ਅੱਛਾ, ਸੋਨੀਆ ਗਾਂਧੀ ਕਿਹਾ ਵੀ ਤੁਸੀਂ ਇਹਨਾਂ ਦੇ ਇੱਕ ਪੋਸੀਬਿਲਿਟੀ ਐਕਸਪਲੋਰ ਕਰੋ, ਪਤਾ ਲਗਾਓ ਵੀ ਇਹ ਜਿਹੜੇ ਤੁਸੀਂ ਉਹਦੇ ਬਾਅਦ ਪਤਾ ਲਗਾਉਣ ਤੋਂ ਬਾਅਦ ਵਕੀਲਾਂ ਦੀ ਰਾਏ ਲੈਣ ਤੋਂ ਬਾਅਦ ਵਿਧਾਨ ਸਭਾਵਾਂ ਦੇ ਵਿੱਚ ਜਿਹੜਾ ਕਾਨੂੰਨ ਸੈਂਟਰ ਨੇ ਪਾਸ ਕੀਤਾ ਹੈ, 3 ਕਾਨੂੰਨ ਪਾਸ ਕੀਤੇ ਨੇ ਆਰਡੀਨੈਂਸਾਂ ਦੇ ਬੇਸ ਤੇ, ਉਹਨਾਂ ਨੂੰ ਖਤਮ ਕਰੋ। ਹੁਣ ਦੇਖੋ ਲੜਾਈ ਆ ਗਈ ਕਾਨੂੰਨ ਵਿਰੁੱਧ ਕਾਨੂੰਨ, ਕਾਨੂੰਨ ਬਨਾਮ ਕਾਨੂੰਨ। ਅੱਗੇ ਹੁੰਦੀ ਸੀਗੀ ਇੱਕ ਦਾਵਾ ਹੋ ਗਿਆ, ਦੂਜਾ ਪ੍ਰਤੀ ਦਾਵਾ ਹੋ ਗਿਆ, ਜਨੇ ਕੰਪਲੇਨੈਂਟ ਉਹਦੇ ਕੰਪਲੇਨਰ ਬਨਾਮ ਰਿਸਪੋਂਡੈਂਟ। ਹੁਣ ਆ ਗਿਆ ਕਾਨੂੰਨ ਬਨਾਮ ਕਾਨੂੰਨ। ਹੁਣ ਇਹ ਲੜਾਈ ਕਿੱਥੋਂ ਤੱਕ ਜਾਂਦੀ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਪੰਜਾਬ ਦੇ ਵਿੱਚ ਜੋ ਹੁਣ ਇਸ ਵੇਲੇ ਹਾਲਾਤ ਨੇ, ਕਿਸਾਨ ਪੂਰੀ ਤਰ੍ਹਾਂ ਨਾਲ ਸੜਕਾਂ ਤੇ ਆ ਗਏ ਨੇ, ਰੇਲਵੇ ਲਾਈਨਾਂ ਤੇ ਆ ਗਏ ਨੇ, ਉਹਨਾਂ ਨੂੰ ਆਪਣੀ ਹੋਂਦ ਜਿਹੜੀ ਹੈ ਹੋਂਦ ਖਤਰੇ 'ਚ ਪਈ ਨਜ਼ਰ ਆਉਂਦੀ ਹੈ। ਹੁਣ ਜਿਸਲੇ ਕਿਉਂਕਿ ਕਿਸਾਨ ਇੱਕ ਐਸੀ ਜਮਾਤ ਹੈ ਜਿਹਦੇ ਸਪੋਰਟ ਨਾਲ ਕੋਈ ਵੀ ਪਾਰਟੀ ਜਿਹੜੀ ਹੈ ਉਹ ਬਹੁਤ ਉੱਚਾ ਉੱਪਰ ਉੱਠ ਸਕਦੀ ਹੈ, ਉਹਦੇ ਅਗਰ ਉਹਦਾ ਸਾਥ ਨਹੀਂ ਹੁੰਦਾ ਤਾਂ ਉਹ ਖਾਤਮੇ 'ਤੇ ਵੀ ਆ ਸਕਦੀ ਹੈ। ਐਸੇ ਕਰਕੇ ਅਕਾਲੀ ਦਲ ਪਲੱਸ ਆਪਣੇ ਕਾਂਗਰਸ, ਦੂਜੇ ਪਾਸੇ ਲਾ ਲਓ ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ ਲਾ ਲਓ, ਖੱਬੇ ਪੱਖੀ ਪਾਰਟੀਆਂ, ਕਿਉਂਕਿ ਖੱਬੇ ਪੱਖੀ ਪਾਰਟੀਆਂ ਤੇ ਹੈ ਹੀ ਤੇ ਮਜ਼ਦੂਰਾਂ ਦੇ ਹਿੱਦੀਆਂ ਹੈਗੀਆਂ ਨੇ ਪਾਰਟੀਆਂ, ਇਹ ਸਾਰੀਆਂ ਨਿੱਤਰ ਕੇ ਸੜਕਾਂ 'ਤੇ ਆ ਗਈਆਂ ਨੇ, ਉਹਦੇ ਕਿਸਾਨਾਂ ਦੀ ਸਪੋਰਟ ਚਾਹੀਏ। ਦੇਖੋ ਸਿਮੀ, ਇੱਕ ਸਭ ਤੋਂ ਵੱਡੀ ਗੱਲ ਹੈ ਸਿਰਫ ਪੋਲੀਟੀਕਲ ਪਾਰਟੀਆਂ ਹੀ ਨਹੀਂ, ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਵੀ ਨੇ ਉਹ ਵੀ ਇਹਨਾਂ ਦੇ ਨਾਲ ਆ ਗਈਆਂ ਨੇ, ਚਾਹੇ ਉਹ ਸਿੱਖ ਸਭਾਵਾਂ ਨੇ, ਸਿੱਖ ਆਰਗੇਨਾਈਜੇਸ਼ਨਸ ਨੇ ਜਿਹਦੇ ਵਿੱਚ ਤਾਲਮੇਲ ਕਮੇਟੀਆਂ ਸਿੱਖਾਂ ਦੀਆਂ ਹੈਗੀਆਂ ਨੇ, ਉਹ ਵੀ ਮਜ਼ਦੂਰ ਜਥੇਬੰਦੀਆਂ ਨੇ, ਉਹ ਸਾਰੀਆਂ ਜਿਹੜੀਆਂ ਟ੍ਰੇਡ ਯੂਨੀਅਨਾਂ ਨੇ ਉਹ ਸਾਰੀਆਂ ਹੀ ਇਹਨਾਂ ਦੇ ਕਿਸਾਨਾਂ ਦੇ ਪੱਖ ਦੇ ਵਿੱਚ ਆ ਗਈਆਂ ਨੇ। ਕਿਉਂਕਿ ਕਿਸਾਨਾਂ ਨੂੰ ਤੇ ਉਹਨਾਂ ਨੂੰ ਪਤਾ ਹੈ ਕਿ ਜੇ ਕਿਸਾਨ ਖਤਮ ਹੋਇਆ ਤਾਂ ਦੇਸ਼ ਖਤਮ ਹੋ ਜੀ, ਦੇਸ਼ ਨੂੰ ਅੰਨ ਨਹੀਂ ਮਿਲਣਾ। ਆਮਦਨ ਖਤਮ ਹੋ ਜਾਵੇ। ਉਹਦੇ ਸਿਮੀ ਇਹਦੇ 'ਚ ਜਿਹੜਾ ਜੋ ਸਾਨੂੰ ਨਜ਼ਰ ਆ ਇਸ ਵੇਲੇ ਆਉਂਦਾ ਪਿਆ ਉਹ ਇਹ ਹੈ ਵੀ ਕਿ ਨਾ ਜਿਹੜੀ ਸਾਡੀ ਮੋਦੀ ਸਰਕਾਰ ਹੈ ਇਹ ਕਿਸਾਨੀ ਨੂੰ ਪੂਰੀ ਤਰ੍ਹਾਂ ਨਾਲ ਜਿਹੜੇ ਵੱਡੇ ਇੰਡਸਟਰੀਸ ਨੇ ਦੇਸ਼ ਦੇ, ਵੱਡੇ ਘਰਾਣੇ ਨੇ ਜਿਹੜੇ ਉਦਯੋਗਿਕ ਘਰਾਣੇ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਹੱਥਾਂ 'ਚ ਸੁੱਟ ਦੇਣਾ ਚਾਹੁੰਦੀ ਹੈ। ਕਿਉਂਕਿ ਇਹਨਾਂ ਨੇ ਹੌਲੀ ਹੌਲੀ ਮੰਡੀਆਂ ਬੰਦ ਕਰ ਦੇਣੀਆਂ ਨੇ। ਜਿਹੜੇ ਅਨਾਜ ਮੰਡੀਆਂ ਬੰਦ ਹੋ ਗਈਆਂ ਉਹਦੇ MSP ਅੱਜ ਦੇ ਤੁਸੀਂ ਜਿਲੇ ਦੇਖਿਆ ਵੀ ਇਹ ਰੌਲਾ ਪੈ ਗਿਆ ਜੀ MSP ਇਹਨਾਂ ਨੇ ਬੰਦ ਕਰ ਦੇਣੀ ਹੈ, ਤਾਂ ਰਾਤੋਂ ਰਾਤ ਹੀ ਇਹਨਾਂ ਦੱਸੋ ਰਾਤੋਂ ਰਾਤ ਹੀ ਇਹਨਾਂ ਨੇ ਉਹ ਕਰਦੀ। ਦੇਖੋ 25 ਤਰੀਕ ਨੂੰ ਤੁਸੀਂ ਫੈਸਲਾ ਕਰਨ ਦੇ ਵੀ ਅਸੀਂ MSP ਦਾ ਇੱਦਾਂ ਕਰਨਾ, ਤੇ 25 ਨੂੰ ਤੁਸੀਂ ਰਾਤ ਨੂੰ ਉਹਦਾ MSP ਦਾ ਐਲਾਨ ਵੀ ਕਰਤਾ। ਹਾਲਾਂਕਿ ਜੇ 25 ਨੂੰ ਤੁਸੀਂ ਨਾ ਕੋਈ ਫੈਸਲਾ ਕੀਤਾ ਤਾਂ ਉਹਦੇ ਜਿਹੜੇ ਲਾਗੂ ਹੋਣ ਦੀ ਜਿਹੜੀ ਡੇਟ ਆ ਉਹ 26 ਜਾਂ 27 ਹੋਣੀ ਚਾਹੀਦੀ ਸੀ ਜੀ। ਬਿਲਕੁਲ। ਤੇ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਸਾਰੇ ਕੰਮ ਕਰ ਰਹੇ। ਬਿਲਕੁਲ, ਪਰ ਜਿਹੜਾ ਮਜ਼ਦੂਰ ਸੀਗੇ ਜਾਂ ਫਿਰ ਕਿਸਾਨ ਸੀ ਜਾਂ ਨੌਜਵਾਨ ਸੀ ਉਹ ਪਹਿਲਾਂ ਹੀ ਬੇਵਕੂਫ ਬਣ ਰਹੇ ਸੀ, ਪਰ ਹੁਣ ਜਿਵੇਂ ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਸੰਘਰਸ਼ ਦੇਖਿਆ ਜਾ ਰਿਹਾ, ਗੁੱਸਾ ਦੇਖਿਆ ਜਾ ਰਿਹਾ, ਤੇ ਉਸ ਹਿਸਾਬ ਨਾਲ ਲੱਗਦਾ ਕਿ ਹੁਣ ਲੋਕ ਪਾਗਲ ਬਣ ਰਹੇ ਨੇ। ਕੇਂਦਰ ਸਰਕਾਰ ਨੇ ਜਿਹੜਾ MSP ਦਾ ਲੋਲੀਪੌਪ ਉਹਨਾਂ ਨੂੰ ਦਿੱਤਾ, ਸਿਮੀ ਉਹਦੇ ਜਿੱਦਾਂ ਸੀਗਾ ਵੀ ਪਹਿਲੇ ਜਿਹੜੇ ਦੇਸ਼ ਦਾ ਕਿਸਾਨ ਸੀਗਾ, ਨੌਜਵਾਨ ਸੀਗਾ, ਚਾਹੇ ਜਿਹੜਾ ਪੜ੍ਹਿਆ ਲਿਖਿਆ, ਨਾ ਪੜ੍ਹਿਆ ਲਿਖਿਆ, ਅਨਪੜ੍ਹ ਕਹਿ ਲਓ ਜਾਂ ਬੇਰੁਜ਼ਗਾਰ ਜਾਂ ਰੁਜ਼ਗਾਰ 'ਤੇ ਵੀ ਲੱਗਾ, ਉਹਨੂੰ ਇੰਨਾ ਕਿ ਸਰਕਾਰਾਂ ਨੇ ਉਲਝਾ ਦਿੱਤਾ ਸੀਗਾ ਕਿ ਉਹਨਾਂ ਨੂੰ ਆਪਣੇ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਵੀ ਅਸੀਂ ਕਿਹੜੇ ਪਾਸੇ ਜਾਂਦੇ ਕਿਹੜੇ ਨਹੀਂ ਆਦੇ। ਹੁਣ ਸਿੱਧੇ ਜਿਵੇਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਸਿਰ 'ਤੇ ਸਿੱਧੀ ਡਾਂਗ ਵੱਜਣ ਡਈ ਹੈ, ਉਹਦੇ ਤੁਸੀਂ ਇਸ ਗੱਲ ਨੂੰ ਬਿਲਕੁਲ ਹੀ ਕਿੰਨਾ ਇਨਕਾਰ ਨਹੀਂ ਕਰੋਗੇ ਮੰਨਣ ਤੋਂ ਵੀ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ ਇਸ ਵੇਲੇ ਕਾਂਗਰਸ ਦੇ ਸਮੇਂ ਤੋਂ ਬਾਅਦ ਜੋ ਕੁਝ ਹੋਇਆ ਜਦੋਂ ਦੀ ਮੋਦੀ ਸਰਕਾਰ ਆਈ ਹੈ ਇਹ ਘੱਟੋ ਘੱਟ 50% ਵੱਧ ਗਈ ਹੈ ਜੀ। ਬਿਲਕੁਲ, ਜੇ ਕਿਸਾਨ ਇੱਕ ਪਾਸੇ ਆ, ਨੌਜਵਾਨ ਇੱਕ ਪਾਸੇ ਆ, ਮਜ਼ਦੂਰ ਇੱਕ ਪਾਸੇ ਆ ਤੇ ਹਰ ਵਰਗ ਕਿਸਾਨਾਂ ਦੇ ਨਾਲ ਹੈ, ਤੇ ਦੂਜੇ ਪਾਸੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਿਤੇ ਨਾ ਕਿਤੇ ਆਪਣਾ ਫਾਇਦਾ ਉਠਾ ਰਹੀਆਂ ਨੇ, ਆਪਣਾ ਫਾਇਦਾ ਵੀ ਚੁੱਕ ਰਹੇ ਨੇ, ਫਰੰਟ ਤੇ ਕਹਿ ਰਹੇ ਨੇ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨ ਹਟੇ ਕੋਈ ਕਿਸਾਨ ਨਾਲ ਨਹੀਂ ਜੀ। ਬਿਲਕੁਲ, ਪਰ ਕਿਤੇ ਨਾ ਕਿਤੇ ਉਹ ਰਾਜਨੀਤੀ ਕਰ ਰਹੇ ਨੇ, ਰਾਜਨੀਤਿਕ
ਸਟੰਟ ਖੇਡ ਰਹੀਆਂ ਨੇ ਤੇ ਕਿਉਂਕਿ ਅੱਜ ਤੱਕ ਜਦੋਂ ਵੀ ਦੇਖਿਆ ਗਿਆ ਕਿ ਵੱਡੀ ਕਿਸੇ ਨੇ ਜਿੱਤ ਹਾਸਲ ਕੀਤੀ ਹੈ ਕਿਸੇ ਕਿਸਾਨਾਂ ਦੇ ਸਿਰ ਤੇ ਇੱਕ ਤਾਂ ਕਿਸਾਨ ਕਿ ਤੇ ਨੌਜਵਾਨ ਠੀਕ ਹੈ, ਇਹਨਾਂ ਦੋਵਾਂ ਦੇ ਸਿਰ ਤੇ ਉਹਨਾਂ ਨੇ ਰਾਜਨੀਤਿਕ ਸਟੰਟ ਹਮੇਸ਼ਾ ਹਾਂ। ਹੀ ਖੇਡਿਆ ਲੇਕਿਨ ਸਿਮੀ ਜੀ ਹੁਣ ਜਿਹੜੀ ਆ। ਗੱਲ ਹੈ ਸਿਮੀ ਜੀ, ਜਿਹੜੇ ਹੈਗੇ ਹੁਣ ਉਹ ਗੱਲਾਂ ਜਿਹੜੀਆਂ ਪਿਛਲੀਆਂ ਹੋ ਗਈਆਂ, ਉਹ ਮੈਨੂੰ ਨਹੀਂ ਲੱਗਦਾ ਵੀ ਚੱਲ ਪਾਉਣਗੀਆਂ, ਕਿਉਂਕਿ ਹੁਣ ਕਿਸਾਨ ਵੀ ਜਾਗਰੂਕ ਹੋ ਗਿਆ ਜੀ। ਔਰ ਜਿਹੜਾ ਨੌਜਵਾਨ ਹੈ ਉਹਨੂੰ ਵੀ ਆਪਣੇ ਅਧਿਕਾਰਾਂ ਦਾ ਪਤਾ ਲੱਗ ਗਿਆ ਵੀ ਮੈਂ ਔਰ ਇਹ ਵੀ ਪਤਾ ਲੱਗ ਗਿਆ ਵੀ ਮੈਨੂੰ ਜਿਹੜੇ ਮੇਰੇ ਅਧਿਕਾਰ ਨੇ ਉਹ ਕਿਸ ਤਰ੍ਹਾਂ ਮਿਲ ਸਕਦੇ ਨੇ, ਕਿਉਂਕਿ ਸਰਕਾਰ ਜਿੱਦਾਂ ਖੁੰਦੀ ਹੈ ਉਦਾਂ ਹੀ ਕਿਤੇ ਨੌਜਵਾਨ ਕਿਸਾਨ ਹਰ ਵਰਗ ਨੂੰ ਜਿਹੜਾ ਹੈਗਾ ਆ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਤੇ ਅਗਲੀ ਵਾਰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਇਹੋ ਜਿਹੀ ਸਰਕਾਰ ਨਹੀਂ ਲੈਣੀ ਚਾਹੀਦੀ ਜਿਹੜੀ ਕਈ ਪੋਸਟਾਂ ਵੀ ਪੈਂਦੀਆਂ ਨੇ। ਮੈਨੂੰ ਕਈ ਪੋਸਟਾਂ ਚੰਗੀਆਂ ਵੀ ਲੱਗਦੀਆਂ ਨੇ, ਕਈ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗੀ, ਕਈ ਪੋਸਟਾਂ ਪੈਂਦੀਆਂ ਨੇ ਕਿ ਹੁਣ ਜਿਹੜੇ ਰਾਜਨੇਤਾ ਹੁੰਦੇ ਨੇ ਇਹਨਾਂ ਪਹਿਲਾਂ ਪ੍ਰੀਖਿਆ ਕਰਾਈ ਜਾਵੇ, ਉਸ ਤੋਂ ਬਾਅਦ ਇਹ ਪ੍ਰੀਖਿਆ ਦੇ ਵਿੱਚ ਪਾਸ ਹੁੰਦੇ ਨੇ ਤਾਂ ਫਿਰ ਇਹਨਾਂ ਨੂੰ ਰਾਜਨੀਤੀ ਦੇ ਵਿੱਚ ਆਉਣ ਦਾ ਸਮਾਂ ਦਿੱਤਾ ਜਾਂਦਾ ਹੈ। ਬਿਲਕੁਲ ਸਹੀ ਹੈ, ਕਿਉਂਕਿ ਜਿਹੜੇ ਪੜ੍ਹੇ ਲਿਖੇ ਐਮਏ ਬੀਐਡ ਪੀਐਚਡੀ ਕੀਤੀ ਉਹਨਾਂ ਨੂੰ ਤਾਂ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜੀ, ਉਹ ਤਾਂ ਅੱਜ ਚਪੜਾਸੀ ਦੀ ਨੌਕਰੀ ਕਰ ਰਹੇ ਆ ਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਸਾਡੇ ਦੇਸ਼ ਦੀ ਬਾਗਡੋਰ ਹੈ ਉਹ ਅਨਪੜ੍ਹ ਬਿਲਕੁਲ ਜੀ। ਉਹ ਸਿਮੀ ਜੀ ਮੈਂ ਤੁਹਾਨੂੰ ਦੱਸਾਂ ਵੀ ਕਿਸਾਨ ਦੀ ਪ੍ਰੋਬਲਮ ਮੈਂ ਤੁਹਾਨੂੰ ਸਿਮੀ ਜੀ ਦੱਸਾਂ ਨਾ ਵੀ ਤੁਸੀਂ ਦੇਖੋ ਇੱਕ ਜਿਹੜਾ ਆਈਐਸ ਆਫੀਸਰ ਹੈ ਜੀ, ਉਹ ਆਪਣੀ ਜਿਹੜੀ ਟੀਮ ਦੇ ਨਾਲ ਇੱਕ ਬਹੁਤ ਵਧੀਆ ਕੋਈ ਰੂਲ ਬਣਾਉਂਦਾ, ਰੂਲ ਬਣਾ ਕੇ ਉਹਦਾ ਰੂਲ ਬਣਾਇਆ ਜਾਂਦਾ ਹੈ ਉਹ ਕਨਸਟੀਟਿਊਸ਼ਨ ਆਫ ਇੰਡੀਆ ਦੀ ਜਿਹੜੀਆਂ ਪ੍ਰੋਵੀਜ਼ਨਸ ਨੇ, ਜਿਹੜੇ ਉਹਦੇ ਆਰਟੀਕਲਸ ਨੇ, ਉਹਨਾਂ ਦੇ ਬੇਸ 'ਤੇ ਬਣਾਇਆ ਜਾਂਦਾ। ਉਹ ਜਿਸ ਵੇਲੇ ਰੂਲ ਬਣਾ ਕੇ ਆਪਣੇ ਮਿਨਿਸਟਰ ਦੇ ਸਾਹਮਣੇ ਰੱਖਦਾ ਹੈ ਤਾਂ ਉਹ ਮਿਨਿਸਟਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰਦਾ ਤੇ ਕੀ ਨਹੀਂ। ਉਹ ਬਈ ਇਹ ਕਿੱਦਾਂ ਕਰਤਾ ਤੂੰ, ਉਹ ਸਾਰਾ ਇੱਦਾਂ, ਉਹ ਨਹੀਂ ਮੈਂ ਨਹੀਂ ਮੰਨਦਾ ਜੀ। ਉਹ ਦੱਸੋ ਉਹਨੂੰ ਵਿਚਾਰੇ ਨੇ ਇੰਨੀ ਮਿਹਨਤ ਕੀਤੀ, ਉਹ ਆਈਐਸ ਐਵੇਂ ਦੇ ਨਹੀਂ ਬਣ ਗਿਆ। ਔਰ ਉਹਦੀ ਜਿਹੜੀ ਟੀਮ ਸੀਗੀ ਇੰਨੀ ਮਿਹਨਤੀ ਟੀਮ ਸੀਗੀ, ਪਤਾ ਨਹੀਂ ਕਿੰਨੇ ਮਹੀਨਿਆਂ ਦੀ ਮਿਹਨਤ ਬਾਅਦ ਉਹਨੇ ਕੋਈ ਰੂਲ ਬਣਾਇਆ ਜਿਹਨੂੰ ਜਿਹੜਾ ਅਨਪੜ੍ਹ ਮਿਨਿਸਟਰ ਹੈ ਜਾਂ ਘੱਟ ਪੜ੍ਹਿਆ ਲਿਖਿਆ ਮਿਨਿਸਟਰ 5ਵੀਂ 10ਵੀਂ ਜਾਂ ਮੈਨੂੰ ਇੱਕ ਗੱਲ ਯਾਦ ਅੱਜ ਵੀ ਆਉਂਦੀ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਮਿਨਿਸਟਰ ਸੀਗੇ ਜੀ, ਉਹਨਾਂ ਨੇ ਕੀ ਕਰਨਾ ਬਈ ਅਨਪੜ੍ਹ ਸੀਗੇ, ਉਹਨਾਂ ਦੇ ਸਾਹਮਣੇ ਫਾਈਲ ਆ ਜਾਣੀ, ਉਹਨੇ ਦੱਸਣਾ ਬਈ ਜਿਹੜਾ ਉਹਦਾ ਸੈਕਟਰੀ ਹੁੰਦਾ ਸਾਰੇ ਹੈ ਜੀ, ਉਹਨੇ ਲਿਖ ਦੇਣਾ ਜੀ ਕਿੰਨਾ ਮਾਨ ਗਿਆ ਥੱਲੇ ਆਪਣਾ ਨਾਂ ਲਿਖ ਦੇਣਾ ਜੀ, ਉਹ ਮੁਕਤ ਗਿਆ ਥੱਲੇ ਨਾਂ ਲਿਖ ਦੇਣਾ। ਜਿਸ ਬੰਦੇ ਨੂੰ ਇਹ ਹੀ ਨਹੀਂ ਪਤਾ ਵੀ ਮੈਂ ਇਹ ਜਿਹੜਾ ਰੂਲ ਆਇਆ ਇਹਨੂੰ ਮੈਂ ਮੰਨ ਲਿਆ ਤੇ ਇਹਨੂੰ ਕਿਸ ਤਰੀਕੇ ਨਾਲ ਲਿਖਣਾ ਹੈ, ਔਰ ਜੇ ਤੂੰ ਨਹੀਂ ਮੰਨਦਾ ਤੇ ਮੁਕਤ ਗਿਆ, ਤੈਨੂੰ ਮੁਕਤ ਗਿਆ ਕੀ ਹੁੰਦਾ ਜੀ ਦੱਸੋ। ਇਹ ਸਾਡੀ ਜ਼ਹਿਨੀਅਤ ਹੈ, ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਹੈ ਜਿਹਨੂੰ ਪਲ ਪਲ ਜਿਹੜਾ ਆਪਣਾ ਰੰਗ ਬਦਲਦੀ ਹੈ, ਇਹ ਉਹਦਾ ਇੱਕ ਰੂਪ ਹੈ ਕਿ ਅੱਜ ਜਿਹੜੇ ਅਨਪੜ੍ਹ ਕਿੰਨਾ ਬੰਦੇ ਨੇ ਉਹ ਸ਼ਾਸਨ ਕਰਦੇ ਨੇ ਔਰ ਜਿਹੜੇ ਪੜ੍ਹਿਆ ਲਿਖਿਆ ਉਹ ਉਹਨਾਂ ਦੀ ਚਾਕਰੀ ਕਰਦੇ। ਇੱਥੇ ਕਿਸਾਨਾਂ ਨੂੰ ਤੇ ਨੌਜਵਾਨਾਂ ਨੂੰ ਇੱਕ ਗੱਲ ਸਮਝਣੀ ਪਵੇਗੀ, ਜੇ ਸਰਕਾਰਾਂ ਤੇ ਸਿਆਸੀ ਪਾਰਟੀਆਂ ਉਹਨਾਂ ਦੇ ਸਿਰ ਤੇ ਆਪਣਾ ਰਾਜ ਬਣਾ ਸਕਦੇ ਨੇ, ਆਪਣਾ ਰਾਜ ਬਣਾ ਸਕਦੀਆਂ ਨੇ, ਤਾਂ ਫਿਰ ਉਹਨਾਂ ਨੂੰ ਵੀ ਹੁਣ ਖੜ ਕੇ ਸਾਹਮਣੇ ਆਉਣਾ ਪਵੇਗਾ, ਕਿਸਾਨਾਂ ਨੂੰ ਰਾਜਨੀਤੀ ਦੇ ਵਿੱਚ ਉਤਰਨਾ ਪਵੇਗਾ। ਕਿਸਾਨ ਸਿਰਫ ਕਿਸਾਨ ਨਹੀਂ ਰਹਿਣਾ ਚਾਹੀਦਾ, ਹੁਣ ਨੌਜਵਾਨਾਂ ਨੂੰ ਵੀ ਰਾਜਨੀਤੀ ਦੇ ਵਿੱਚ ਉਤਰਨਾ ਚਾਹੀਦਾ ਹੈ, ਕਿਉਂਕਿ ਜਦੋਂ ਤੱਕ ਇਹ ਸਾਹਮਣੇ ਨਹੀਂ ਆਣਗੇ ਉਦੋਂ ਤੱਕ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ, ਰਸੂਖਦਾਰ ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ, ਆਪਣੀ ਮਨਮਾਨੀ ਕਰਦੀਆਂ ਰਹਿਣਗੀਆਂ। ਕਿਉਂਕਿ ਦੇਖੋ ਹੁਣ ਬਿੱਲ ਪਾਸ ਕੀਤਾ ਗਿਆ, ਚਰਚਾ ਵੀ ਨਹੀਂ ਕੀਤੀ ਗਈ, ਕਿਸੇ ਨੂੰ ਸਵਾਲ ਚਰਚਾ ਹੋਈ ਹੀ ਨਹੀਂ, ਅਧਿਕਾਰ ਵੀ ਨਹੀਂ ਸੀ ਕਿਸੇ ਨੂੰ ਸਵਾਲ ਪੁੱਛਣ ਦਾ, ਸਿਰਫ ਮਹਿਜ਼ ਇੱਕ ਅੰਦਰੋਂ ਖਾਤੇ ਕਹਿੰਦੇ ਨਾ ਚੋਰੀ ਰਸਤੇ ਵਾਂਗੀ ਕੰਮ ਕਰਤਾ ਸਾਰੇ ਬਿੱਲ ਸੀ ਜਿਹੜੇ ਲਿਆਂਦੇ ਗਏ, ਚੋਰ ਰਸਤੇ ਹੀ ਇਹ ਬਿੱਲ। ਔਰ ਮੈਡਮ ਇਹ ਦੇਖੋ ਹੁਣ ਇਹਨਾਂ ਬਿੱਲਾਂ ਨੂੰ ਲੋਕਾਂ ਦੇ ਵਿੱਚ ਲਿਜਾਣ ਲਈ ਔਰ ਇਹ ਦੱਸਣ ਲਈ ਵੀ ਅਸੀਂ ਬਹੁਤ ਵਧੀਆ ਕੀਤਾ, ਸਫਾਈ ਦੇਣ ਲਈ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਮਸ਼ਕਾਂ ਕਰਨੀਆਂ ਪੈ ਰਹੀਆਂ ਨੇ। ਉਹ ਕਿਤੇ ਜਿਹੜੇ ਇਹਨਾਂ ਦੇ ਐਮਪੀ ਜ਼ਿਆਦੇ ਨੇ, ਮਿਨਿਸਟਰ ਜ਼ਿਆਦੇ ਨੇ, ਹਰ ਰੋਜ਼ ਹੀ ਕਿਤੇ ਜ਼ਿਆਦੇ। ਜਿਹੜੀ ਚੀਜ਼ ਜਿਸ ਲਈ ਤੁਸੀਂ ਕਰ ਰਹੇ ਹੋ ਜਦੋਂ ਉਹਨਾਂ ਨੂੰ ਨਹੀਂ ਚਾਹੀਦੀ ਤਾਂ ਫਿਰ ਤੁਹਾਨੂੰ ਫਾਇਦਾ, ਉਹਨਾਂ ਨੂੰ ਫਾਇਦਾ ਕੀ ਉਹਦਾ, ਉਹਨੂੰ ਲਿਆਉਣ ਦਾ ਫਾਇਦਾ ਕੀ ਸੀ? ਜੇ ਤੁਹਾਨੂੰ ਫਾਇਦਾ ਤੁਸੀਂ ਤਾਂ ਹੀ ਉਹ ਚੀਜ਼ ਉਹਨੂੰ ਨਹੀਂ, ਉਹ ਦੇਖੋ ਸਰਕਾਰ ਨੂੰ ਫਾਇਦਾ ਨਹੀਂ, ਸਰਕਾਰ ਆਪਣੇ ਜਿਹੜੇ ਇੰਡਸਟਰੀਅਲ ਘਰਾਣੇ ਨੇ ਉਹਨਾਂ ਦੇ ਫਾਇਦੇ ਲਈ ਦੇਖੋ ਉਹਦੇ ਜਿਹੜੇ ਸਰਕਾਰ ਦਾ ਵੀ ਫਾਇਦਾ, ਉਹਨਾਂ ਦੇ ਸਰਕਾਰ ਦਾ ਵੀ ਫਾਇਦਾ ਤੇ ਉਹਨਾਂ ਦਾ ਵੀ ਫਾਇਦਾ। ਬਿਲਕੁਲ ਸਰਕਾਰ ਦੇ ਜਿਹੜੇ ਇੰਡਸਟਰੀਅਲ ਘਰਾਣੀਆਂ ਜਿਹੜੇ ਉਹ ਮਿਲੀ ਭੁਗਤ ਕਰਕੇ ਕਿਸਾਨ ਨੂੰ ਤੇ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਇੱਥੇ ਨੌਜਵਾਨ ਕਿਸਾਨ ਤੇ ਹਰ ਵਰਗ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ, ਆਪਣੇ ਹੱਕਾਂ ਲਈ ਲੜਨ ਦੀ ਜ਼ਰੂਰਤ ਹੈ। ਹੁਣ ਸਿਆਸੀ ਪਾਰਟੀਆਂ ਨੂੰ ਛੱਡ ਕੇ
ਇਹ ਆਪਣੇ ਕਿਸੇ ਵੀ ਧਰਨੇ ਦਾ, ਆਪਣੇ ਕਿਸੇ ਵੀ ਸੰਘਰਸ਼ ਦਾ ਰਾਜਨੀਤੀਕਰਨ ਹੋਣ ਤੋਂ ਬਚਾਉਣਾ ਉਹ ਚਾਹੀਦਾ। ਤੁਹਾਡਾ ਅਧਿਕਾਰ ਹੈ। ਤੁਸੀਂ ਉਸ ਨੂੰ ਕਿਵੇਂ ਬਚਾਉਣਾ ਉਹ ਤੁਸੀਂ ਦੇਖੋ। ਪਰ ਇੱਥੇ ਮੈਂ ਤੇ ਡਾਕਟਰ ਸਾਹਿਬ ਤੁਸੀਂ ਵੀ ਸਹਿਮਤ ਹੋਵੋਗੇ ਕਿ ਇਹ ਕਹਿਣਾ ਜ਼ਰੂਰ ਬਣਦਾ ਹੈ ਕਿ ਜੇ ਕਿਸਾਨੀ ਬਚਾਉਣੀ ਆ, ਜੇ ਪੰਜਾਬ ਬਚਾਉਣਾ, ਜੇ ਜਵਾਨੀ ਬਚਾਉਣੀ ਆ, ਤਾਂ ਫਿਰ ਤੁਹਾਨੂੰ ਤੁਹਾਡੇ ਹੱਕਾਂ ਲਈ ਇੱਕਜੁੱਟ ਹੋਣਾ ਪੈਣਾ, ਇੱਕਜੁੱਟ ਹੋਣਾ ਪੈਣਾ ਜੀ। ਤੇ ਦੂਜੀ ਗੱਲ, ਸਿਆਸੀ ਪਾਰਟੀਆਂ ਦੂਜੇ ਪਾਸੇ ਰਹੀਆਂ, ਉਹਨਾਂ ਕਿਉਂਕਿ ਹੁਣ ਤਾਂ ਯਕੀਨ ਨਹੀਂ ਰਹਿ ਗਿਆ ਕਿਸੇ ਨੂੰ ਵੀ, ਯਕੀਨ ਕਿਸੇ ਵੀ ਪਾਰਟੀ ਨੂੰ ਯਕੀਨ ਨਹੀਂ ਹੈ ਕਿ ਸਾਡੇ ਲਈ ਉਹ ਕੁਝ ਕਰਨਗੇ, ਕਿਉਂਕਿ ਹਰ ਇੱਕ ਰਾਜਨੀਤਿਕ ਪਾਰਟੀ, ਹਰ ਇੱਕ ਸਿਆਸਤਦਾਨ ਰਾਜਨੀਤਿਕ ਸਟੰਟ ਖੇਡ ਰਿਹਾ ਤੇ ਤੁਹਾਡੇ ਪੱਤੇ ਇਹੋ ਜਿਹੇ ਖੇਲੇ ਜਾ ਰਹੇ ਨੇ ਕਿ ਤੁਹਾਨੂੰ ਸ਼ੋਅ ਵੀ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਚਲਾਇਆ ਵੀ ਜਾ ਰਿਹਾ ਜਿਹੜੀ ਉਹ ਆਟੋਮੈਟਿਕਲੀ ਹੁੰਦੀ ਜਾ ਰਹੀ ਹੈ। ਕਿਉਂਕਿ ਅਕਾਲੀ ਦਲ ਨੇ ਵੀ ਇੱਥੇ ਰਾਜਨੀਤਿਕ ਸਟੰਟ ਖੇਡਿਆ ਤੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਦੇ ਧਿਆਨ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਜਿੰਨਾ ਇਕੱਠ ਅਕਾਲੀ ਦਲ ਦੇ ਧਰਨਿਆਂ ਦੇ ਵਿੱਚ ਹੁੰਦਾ, ਜਿੰਨਾ ਇਕੱਠ ਯੂਥ ਕਾਂਗਰਸ ਦੇ ਧਰਨੇ ਦੇ ਵਿੱਚ ਹੁੰਦਾ, ਜੇ ਇਹੀ ਇਕੱਠ ਉਹ ਕਿਸਾਨ ਦੇ ਨਾਲ ਜੁੜ ਕੇ ਤੇ ਕਿਸਾਨ ਦੇ ਨਾਲ ਬੈਠ ਕੇ ਕਰਨ ਤਾਂ ਸ਼ਾਇਦ ਮੈਨੂੰ ਲੱਗਦਾ ਕੋਈ ਨਾ ਕੋਈ ਹੱਲ ਇਸ ਦਾ ਜ਼ਰੂਰ ਨਿਕਲ ਸਕਦਾ। ਹੁਣ ਪੰਜਾਬ ਸਰਕਾਰ ਦੇ ਹੱਥ ਹੈ ਕਿ ਕਿਸਾਨੀ ਨੂੰ ਕਿਵੇਂ ਬਚਾਉਣਾ, ਕਿਉਂਕਿ ਪੰਜਾਬ ਸਰਕਾਰ ਚਾਹੇ ਤਾਂ ਇਹਨਾਂ ਬਿੱਲਾਂ ਨੂੰ ਰੱਦ ਕਰ ਸਕਦੀ ਹੈ। ਉਹਦੇ ਲਈ ਮੈਂ ਕਿਹਾ ਸਿਮੀ ਹੈਗਾ ਵੀ ਕਾਨੂੰਨ ਹੈਗਾ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ, ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਹੈ 253 ਇਹ ਕਾਨੂੰਨ ਹੈਗਾ, ਉਹਦੇ 'ਚ ਆਰਟੀਕਲ ਜਿਹਦੇ ਵਿੱਚ, ਕਿਉਂਕਿ ਇਹ ਜਿਹੜੀ ਖੇਤੀ ਹੈ, ਜਿਹੜੇ ਆੜਤੀ ਨੇ, ਕਿਸਾਨ ਨੇ, ਪਲੱਸ ਜਿਹੜੀ ਫਾਰਮ ਲੇਬਰ ਹੈ, ਖੇਤੀਬਾੜੀ ਮਜ਼ਦੂਰ ਜਿਹੜੇ ਨੇ, ਇਹ ਜਿਹੜਾ ਵਿਸ਼ਾ ਹੈ ਇਹ ਸਟੇਟ ਗਵਰਨਮੈਂਟ ਦਾ, ਇਹਨੂੰ ਕੰਕਰੈਂਟ ਵਿਸ਼ਾ ਕਹਿੰਦੇ ਨੇ। ਉਹਦੇ ਕੰਕਰੈਂਟ ਸਬਜੈਕਟ ਇਹ ਸਟੇਟ ਦਾ ਵਿਸ਼ਾ, ਉਹਦੇ ਸਟੇਟ ਇਹਦੇ ਤੇ ਕੋਈ ਵੀ ਫੈਸਲਾ ਲੈ ਸਕਦੀ ਹੈ। ਹੁਣ ਇਹਦੇ ਲਈ ਇਹ ਵੀ ਜਿੱਦਾਂ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਵੀ ਕਿੰਨਾ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਰੀਆਂ ਜਿਹੜੀ ਜਿੱਥੇ ਕਾਂਗਰਸ ਦਾ ਰਾਜ ਹੈ ਜਿਨ੍ਹਾਂ ਸਟੇਟਾਂ 'ਤੇ, ਉਹਨਾਂ ਨੂੰ ਕਿਹਾ ਵੀ ਇਹ ਬਿੱਲ ਤੁਸੀਂ ਲਿਆਓ, ਇਹਦੇ ਸੰਭਾਵਨਾ ਦਾ ਪਤਾ ਲਗਾਓ, ਉਹਦੇ ਵਿਧਾਨ ਸਭਾ 'ਚ ਪੇਸ਼ ਕਰਕੇ ਜਿਹੜਾ ਕਾਨੂੰਨ ਦਿੱਲੀ ਨੇ ਬਣਾਇਆ ਉਹਨੂੰ ਰੱਦ ਕਰੋ। ਉਹਦੇ ਉਸੇ ਕਰਕੇ ਜੇ ਪਹਿਲੇ ਵੀ ਗੱਲ ਕੀਤੀ, ਕਾਨੂੰਨ ਬਨਾਮ ਕਾਨੂੰਨ ਦੀ ਹੁਣ ਲੜਾਈ ਸ਼ੁਰੂ ਹੋ ਗਈ ਹੈ। ਲੇਕਿਨ ਇਸ ਤੋਂ ਪਹਿਲਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਿਸਾਨ ਨੇ, ਨੌਜਵਾਨ ਨੇ, ਉਹਨਾਂ ਨੂੰ ਆਪਣੇ ਆਪ ਨੂੰ ਇਸ ਗੱਲ ਲਈ ਜਾਗਰੂਕ ਕਰਨਾ ਪਵੇਗਾ ਆਪਣੇ ਆਪ ਨੂੰ, ਕਿਉਂਕਿ ਪੋਲੀਟੀਕਲ ਪਾਰਟੀਆਂ ਜਾਗਰੂਕ ਨਹੀਂ ਕਰਨਾ, ਉਹਨਾਂ ਦਾ ਫਾਇਦਾ ਉਠਾਉਣਾ, ਉਹਨਾਂ ਪੋਲੀਟੀਕਲ ਪਾਰਟੀਆਂ ਇਹਨਾਂ ਦਾ ਫਾਇਦਾ ਉਠਾਉਣਾ। ਇਸ ਕਰਕੇ ਇਹਨਾਂ ਨੂੰ ਆਪਣੇ ਹੱਕਾਂ ਲਈ ਆਪ ਲੜਨਾ ਪਏਗਾ, ਉਹਦੇ ਲਈ ਇਕਜੁੱਟ ਹੋ ਕੇ ਅੱਗੇ ਆਉਣਾ ਪਏਗਾ, ਉਹਦੇ ਪੂਰੀ ਤਾਕਤ ਨਾਲ ਇਹਨਾਂ ਬਿੱਲਾਂ ਦਾ ਜਿਹੜਾ ਵਿਰੋਧ ਹੈ ਉਹ ਕਰਨਾ ਹੋਵੇ, ਤਾਂ ਕਿ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਦੀ ਲੋੜ ਪਏ। ਬਿਲਕੁਲ ਮਜ਼ਬੂਤ ਹੋਣਾ। ਹੁਣ ਕਿਸਾਨ ਤੇ ਨੌਜਵਾਨ ਤੇ ਆੜਤੀਆ ਤੇ ਹਰ ਵਰਗ ਮਜ਼ਦੂਰ, ਇਹਨਾਂ ਸਾਰਿਆਂ ਦਾ ਭਵਿੱਖ ਕੈਪਟਨ ਸਾਹਿਬ ਦੇ ਹੱਥ ਆ। ਜੋ ਚਾਹਣ ਤਾਂ, ਕਿਉਂਕਿ ਖੇਤੀ ਆ ਜਿਹੜੀ ਉਹ ਸਟੇਟ ਦਾ ਵਿਸ਼ਾ, ਇਸ ਦੇ ਵਿੱਚ ਕੇਂਦਰ ਦਖਲਅੰਦਾਜ਼ੀ ਨਹੀਂ ਕਰ ਸਕਦਾ। ਤੇ ਇਸ ਤੋਂ ਬਾਅਦ ਹੁਣ ਜੇ ਕੈਪਟਨ ਸਾਹਿਬ ਚਾਹਣ ਤਾਂ ਜਿਹੜੇ ਇਹ ਆਰਡੀਨੈਂਸ ਆ ਉਹਨਾਂ ਨੂੰ, ਜਿਹੜੇ ਆਪਣੇ ਪੰਜਾਬ ਦੇ ਰੱਦ ਕਰ ਸਕਦੇ ਨੇ ਤੇ ਕਿਸਾਨ ਤੇ ਕਿਸਾਨੀ ਨੌਜਵਾਨ ਪੰਜਾਬ ਤੇ ਪੰਜਾਬੀਅਤ ਨੂੰ ਬਚਾ ਸਕਦੇ ਨੇ। ਤੇ ਇਸ ਦੇ ਲਈ ਤੁਹਾਨੂੰ ਖੁਦ ਜਾਗਰੂਕ ਹੋਣਾ ਪਵੇਗਾ, ਕਿਸਾਨੀ ਨੂੰ ਵੀ, ਨੌਜਵਾਨੀ ਨੂੰ ਵੀ ਤੇ ਹਰ ਵਰਗ ਨੂੰ ਆਪਣੇ ਹੱਕਾਂ ਲਈ ਲੜਨਾ ਪਵੇਗਾ। ਇਸ ਤਰ੍ਹਾਂ ਦੀਆਂ ਹੋਰ ਚਰਚਾਵਾਂ, ਹੋਰ ਵਿਸ਼ੇ ਤੇ ਗੱਲਬਾਤ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ, ਰੂਬਰੂ ਤੁਹਾਡੇ ਹੁੰਦੇ ਰਵਾਂਗੇ। ਅਨਿਲ ਹੋਗਾ ਸਰ, ਹੁਣ ਲੱਗਦਾ ਹੈ ਕਿ ਸਮਾਂ ਇਜਾਜ਼ਤ ਲੈਣੀ ਚਾਹੀਦੀ ਹੈ ਦਰਸ਼ਕਾਂ ਤੋਂ। ਹੋ ਪਾ ਕੇ ਤੁਹਾਨੂੰ ਇਹ ਚਰਚਾ ਜਿਹੜੀ ਚੰਗੀ ਲੱਗੀ ਹੋਵੇਗੀ ਤੇ ਕਿਤੇ ਨਾ ਕਿਤੇ ਸਾਡਾ ਇਹੀ ਮਕਸਦ ਸੀਗਾ ਕਿ ਤੁਸੀਂ ਜਿਹੜੇ ਆਪਣੇ ਹੱਕਾਂ ਲਈ ਜਾਗਰੂਕ ਹੋਵੋ ਤੇ ਆਪਣੇ ਹੱਕਾਂ ਲਈ ਲੜਨ ਦੀ ਕੋਸ਼ਿਸ਼ ਕਰੋ। ਸਾਡਾ ਮਕਸਦ ਹਮੇਸ਼ਾ ਹੀ ਰਹਿੰਦਾ ਕਿ ਹਰ ਵਿਸ਼ੇ ਤੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ, ਜਿਹੜੇ ਪੱਖ ਜਿਹੜੇ ਓਲੇ ਰਹਿ ਜਾਂਦੇ ਆ ਉਹ ਵੀ ਤੁਹਾਨੂੰ ਸਾਹਮਣੇ ਲਿਆਂਦੇ ਜਾਣ। ਤੇ ਅੱਜ ਨੌਜਵਾਨੀ ਤੇ ਕਿਸਾਨੀ ਦਾ ਮਾਮਲਾ ਜਿਹੜਾ ਉਹ ਭਖਦਾ ਮੁੱਦਾ ਹੈ ਤੇ ਇਸ ਮੁੱਦੇ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਉਹ ਵੀ ਤੁਹਾਡੇ ਹੱਥ ਦੇ ਵਿੱਚ ਹੀ ਆ, ਕਿਉਂਕਿ ਲੋਕਤੰਤਰ ਆ, ਲੋਕਾਂ ਦੇ ਵਿੱਚ ਸ਼ਕਤੀ ਆ ਤੇ ਜਦੋਂ ਤੱਕ ਤੁਸੀਂ ਆਪਣੀ ਸ਼ਕਤੀ ਨੂੰ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਕਰਦੇ ਉਦੋਂ ਤੱਕ ਤੁਹਾਡੇ ਹੱਕਾਂ ਨੂੰ ਦੱਬਣ ਦੀ ਇਹਨਾਂ ਸਿਆਸਤਦਾਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਫਿਲਹਾਲ ਅਸੀਂ ਜਾਂਦਿਆਂ ਦੇ ਇਹੀ ਕਹਾਂਗੇ ਕਿ ਕਿਸਾਨ ਤੇ ਕਿਸਾਨੀ ਨੌਜਵਾਨੀ ਨੂੰ ਬਚਾਉਣ ਦੇ ਲਈ ਤੁਸੀਂ ਖੁਦ ਜਾਗਰੂਕ ਹੋਵੋ, ਅੱਗੇ ਆ ਕੇ ਆਪਣੇ ਹੱਕਾਂ ਲਈ ਲੜੋ। ਡੋਗਰਾ ਸਾਹਿਬ, ਫਿਰ ਇਹਨਾਂ ਦੇ ਰੂਬਰੂ ਹੋਵਾਂਗੇ ਦਰਸ਼ਕਾਂ ਦੇ, ਉਹ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ, ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਵਿਸ਼ਾ। ਤੇ ਉਦੋਂ ਤੱਕ ਆਪਾਂ ਇਜਾਜ਼ਤ ਲੈ ਲੈਂਦੇ ਹਾਂ ਕਿਉਂਕਿ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ। ਸਤਿ ਸ਼੍ਰੀ ਅਕਾਲ।
face mask manufacturer. Factory capacity 500,000 masks per day. 2 and 3 ply disposable face mask. 3 ply disposable face mask with nose wire. RN95 respirator face mask. Adjustable nose piece for ultimate comfort. For bulk order and more information www.risley.com